ਦੇ ਸਿੱਖ ਹਾਂ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਬਹੁਤ ਵੱਡਾ ਸਿੱਖੀ ਦਾ ਗਰੀਬ ਨਵਾਜ ਨੇ ਫਲਾਹ ਕੀਤਾ। ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਬਾਣੀ ਦੀ ਰਚਨਾ ਕੀਤੀ, ਜਿਸ ਵਿੱਚੋਂ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਰਚਨਾ ਸ੍ਰੀ ਆਨੰਦ ਸਾਹਿਬ ਦੀ ਪਵਿੱਤਰ ਬਾਣੀ ਹੈ। ਸਾਧ ਸੰਗਤ ਜੀ, ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ਼੍ਰੀ ਆਨੰਦ ਸਾਹਿਬ ਜੀ ਦੀ ਜਦੋਂ ਇਹ ਕਥਾ ਲੜੀਵਾਰ ਗੁਰਬਾਣੀ ਦੀ ਕਥਾ ਹੁੰਦੀ ਹੈ, ਪਹਿਲਾਂ ਸ਼੍ਰੀ ਮੁਖਵਾਕ ਦੀ ਕਥਾ ਹੁੰਦੀ ਹੈ ਤੇ ਫਿਰ ਲੜੀਵਾਰ ਕਥਾ ਹੁੰਦੀ ਹੈ ਗੁਰਬਾਣੀ ਦੀ। ਇਹ ਜਦੋਂ ਗੁਰਬਾਣੀ ਦੀ ਲੜੀਵਾਰ ਕਥਾ ਦਾ ਪ੍ਰਵਾਹ ਚੱਲਦਾ ਸ਼੍ਰੀ ਆਨੰਦਪੁਰ ਸਾਹਿਬ ਜੀ ਦੀ ਸੰਪੂਰਨਤਾ ਤੇ ਆਇਆ ਤੇ ਸਿੰਘ ਸਾਹਿਬ ਜੀ ਨੇ ਉਸ ਸਮੇਂ ਜੋ ਸੰਪਰਦਾਇ ਉਥਾਨਕਾ ਹੈ ਉਹਦੇ ਮੁਤਾਬਕ ਦੱਸਿਆ ਕਿ 38 ਪੌੜੀਆਂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੀਆਂ ਉਚਾਰਨ ਕੀਤੀਆਂ ਹੋਈਆਂ। 39ਵੀਂ ਪੌੜੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਹੈ ਕਿ ਇਹ ਆਨੰਦ ਸਾਹਿਬ ਸੱਚੇ ਪਰਮੇਸ਼ਰ ਦਾ ਸੋਹਿਲਾ ਜਸ ਹੈ। ਫਿਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਿਵੇਂ ਸੁਖਮਨੀ ਸਾਹਿਬ ਜੀ ਦਾ ਮਹਾਤਮ ਮਹਾਰਾਜ ਜੀ ਨੇ ਸਾਧ ਸੰਗਤ ਜੀ ਸ੍ਰੀ ਸੁਖਮਨੀ ਸਾਹਿਬ ਜੀ ਦੀ 24ਵੀਂ ਅਸ਼ਟਪਦੀ ਦੇ ਅੰਦਰ ਦੱਸਿਆ। ਇਵੇਂ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ ਸ਼੍ਰੀ ਆਨੰਦ ਸਾਹਿਬ ਜੀ ਦੀ ਬਾਣੀ ਦਾ ਮਹਾਤਮ ਸਤਿਗੁਰਾਂ ਜੀ ਨੇ 40ਵੀਂ ਪੌੜੀ ਦੇ ਅੰਦਰ ਕਥਨ ਕੀਤਾ ਹੈ ਤੇ ਉਸ ਦੇ ਉੱਤੇ ਬਹੁਤ ਭਾਰੀ ਜਿਹੜਾ ਸੀ ਵਿਵਾਦ ਹੋਣ ਲੱਗ ਪਿਆ। ਚਲੋ ਜਿਹੜੇ ਨਿੰਦਕ ਵਾ ਉਹਨਾਂ ਦਾ ਤੇ ਕੰਮ ਹੀ ਇਹ ਹੈ, ਪਰ ਜਿਹੜੇ ਕੋਈ ਪੰਥ ਨਾਲ ਪ੍ਰੇਮ ਕਰਨ ਵਾਲੇ ਉਹਨਾਂ ਦੇ ਚਰਨਾਂ ਵਿੱਚ ਦਾਸ ਬੇਨਤੀ ਕਰਨਾ ਚਾਹੇਗਾ। ਇਹ ਜੋ ਉਥਾਨਕਾ ਹੈ ਇਹ ਕੋਈ ਸਿੰਘ ਸਾਹਿਬ ਜੀ ਨੇ ਆਪਣੇ ਕੋਲੋਂ ਬਣਾ ਕੇ ਨਹੀਂ ਸੁਣਾਈ ਹੈ। ਗੁਰਬਾਣੀ ਦਾ ਸਭ ਤੋਂ ਪੁਰਾਣੇ ਟੀਕਿਆਂ ਵਿੱਚੋਂ ਫਰੀਦਕੋਟੀ ਟੀਕਾ ਆਉਂਦਾ ਹੈ ਤੇ ਉਸ ਫਰੀਦਕੋਟੀ ਟੀਕੇ ਦਾ ਵੀ ਇਹ ਹਵਾਲਾ ਹੈ ਕਿ ਇਹ ਪੌੜੀਆਂ ਗੁਰੂ ਰਾਮਦਾਸ ਸਾਹਿਬ ਜੀ ਦੀ ਇੱਕ ਉਚਾਰਨ ਕੀਤੀ ਹੈ ਤੇ ਇੱਕ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੀ ਉਚਾਰਨ ਕੀਤੀ ਹੈ। ਫਿਰ ਸੱਤੋ ਵਾਲੀ ਗਲੀ ਸੰਪਰਦਾਇ ਭਾਈ ਮਨੀ ਸਿੰਘ ਸਾਹਿਬ ਅਮੀਰ ਭੰਡਾਰ ਗੁਰਬਾਣੀ ਦਾ ਟੀਕਾ ਹੈ, ਉਹਨਾਂ ਨੇ ਵੀ ਇਹੀ ਹਵਾਲਾ ਦਿੱਤਾ ਹੈ। ਫਿਰ ਕਵੀ ਭਾਈ ਸੰਤੋਖ ਸਿੰਘ ਜੀ ਨੇ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਇਹੀ ਹਵਾਲਾ ਦਿੱਤਾ ਹੈ। ਫਿਰ ਸਾਧ ਸੰਗਤ ਜੀ, ਪਿਛਲੇ ਦਹਾਕੇ ਵਿੱਚ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਗ੍ਰੰਥੀ ਸਾਹਿਬ ਹੋਏ ਹੈ। ਉਹਨਾਂ ਦਾ ਨਾਮ ਸਿੰਘ ਸਾਹਿਬ ਭਾਈ ਮਨੀ ਸਿੰਘ ਸਾਹਿਬ ਦੇ ਨਾਮ ਨਾਲ ਰਲਦਾ, ਉਹਨਾਂ ਨੂੰ ਮਨੀ ਸਿੰਘ ਜਿਹੜਾ ਸੀ ਉਹ ਕਿਹਾ ਜਾਂਦਾ ਸੀ ਤੇ 1977 ਵਿੱਚ ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦਾ ਟੀਕਾ ਲਿਖਿਆ ਤੇ ਸਿੰਘ ਸਾਹਿਬ ਵਜੋਂ ਉਹਨਾਂ ਨੇ ਸੇਵਾ ਕੀਤੀ। ਆਪਣੀ ਜ਼ਿੰਦਗੀ ਦੇ ਅੰਤਲਾ ਸਮਾਂ ਉਹਨਾਂ ਨੇ ਕੈਨੇਡਾ ਦੀ ਧਰਤੀ ਤੇ ਬਤੀਤ ਕੀਤਾ। ਉਹਨਾਂ ਨੇ ਵੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਸੇਵਾ ਦੇ ਦੌਰਾਨ ਇਹ ਜਦੋਂ ਗੁਰਬਾਣੀ ਦਾ ਟੀਕਾ ਲਿਖਿਆ ਤੇ ਉਹਨਾਂ ਨੇ ਵੀ ਇਹ ਹਵਾਲਾ ਦਿੱਤਾ ਹੈ। ਜਿਨ੍ਹਾਂ ਕਈ ਵਿਦਵਾਨਾਂ ਦਾ ਇਹ ਨਹੀਂ ਮੰਨਣਾ ਉਹ ਆਪਣੀ ਰਾਏ ਜ਼ਰੂਰ ਦਿੰਦੇ ਹੈ, ਪਰ ਸਾਧ ਸੰਗਤ ਜੀ ਪੰਥ ਦੇ ਅੰਦਰ ਕੰਟਰੋਵਰਸੀ ਨਹੀਂ ਪੈਦਾ ਕਰਨੀ ਚਾਹੀਦੀ। ਉਹਨਾਂ ਨੇ ਆਪੋ ਆਪਣੀਆਂ ਰਾਵਾਂ ਇਹ ਦਿੱਤੀਆਂ ਕਿ ਇਸ ਬਾਣੀ ਦਾ ਸਰਲੇਖ ਰਾਮ ਕਲੀ ਮਹੱਲਾ ਤੀਜਾ ਹੈ ਤੇ ਇਸ ਕਰਕੇ ਇਹ ਤੀਸਰੇ ਪਾਤਸ਼ਾਹ ਜੀ ਦੀ ਬਾਣੀ ਹੈ। ਤੇ ਨੋਟ ਥੱਲੇ ਦਿੱਤਾ ਹੈ ਕਿ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ 39ਵੀਂ ਪੌੜੀ ਗੁਰੂ ਰਾਮਦਾਸ ਸਾਹਿਬ ਜੀ ਦੀ ਆਖੀ ਹੈ ਤੇ 40ਵੀਂ ਪੌੜੀ ਗੁਰੂ ਅਰਜਨ ਸਾਹਿਬ ਜੀ ਦੀ ਆਖੀ ਹੈ ਤੇ ਉਹਨਾਂ ਆਪਣੀਆਂ ਰਾਵਾਂ ਜ਼ਰੂਰ ਦਿੱਤੀਆਂ ਕਿ ਇਹ ਭਾਈ ਸਾਹਿਬ ਨੇ ਕੋਈ ਹੋਰ ਹਵਾਲਾ ਨਹੀਂ ਦਿੱਤਾ। ਇਸ ਕਰਕੇ ਸਾਨੂੰ ਇਉਂ ਜਾਪਦਾ ਜਿਵੇਂ ਇਹ ਸਾਰੀ ਬਾਣੀ ਹੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੀ ਹੈ, ਕਿਉਂਕਿ ਉੱਤੇ ਮਹੱਲਾ ਤੀਸਰਾ ਲਿਖਿਆ ਹੋਇਆ ਸਰਲੇਖ ਹੈ। ਪ੍ਰੇਮ ਨਾਲ ਉਹਨਾਂ ਆਪੋ ਆਪਣੀ ਰਾਏ ਤਾਂ ਜ਼ਰੂਰ ਦਿੱਤੀ ਹੈ, ਪਰ ਸਾਧ ਸੰਗਤ ਜੀ ਬਹੁਤਾਤ ਗੁਰਬਾਣੀ ਦੇ ਟੀਕੇ ਇਸੇ ਗੱਲ ਦੀ ਗਵਾਹੀ ਭਰਦੇ ਹੈ ਕਿ ਜਿਹੜੀ 39ਵੀਂ ਪੌੜੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੀ ਹੈ ਤੇ 40ਵੀਂ ਪੌੜੀ ਗੁਰੂ ਅਰਜਨ ਸਾਹਿਬ ਜੀ ਉਚਾਰਨ ਕੀਤੀ ਹੈ। ਜੇ ਉਹਨਾਂ ਦਾ ਇਹ ਤਰਕ ਹੈ ਕਿ ਇਹ ਤਾਂ ਹੋ ਨਹੀਂ ਸਕਦਾ, ਇਹ ਤਾਂ ਕਿਉਂਕਿ ਮੈਂ ਬੇਨਤੀ ਕਰਾਂਗਾ ਜਿਹੜੇ ਪੰਥਕ ਮੁੱਦਿਆਂ ਤੇ ਬੋਲਦੇ ਹੈ
ਉਹਨਾਂ ਨੂੰ ਇਸ ਗੱਲ ਦਾ ਇਸ਼ੂ ਨਹੀਂ ਬਣਾਉਣਾ ਚਾਹੀਦਾ, ਕਿਉਂਕਿ ਜੇ ਇੰਨੇ ਜ਼ਿਆਦਾ ਵਖਰੇਵੇਂ ਪਾਓਗੇ ਤੇ ਕੋਈ ਵਿਦਵਾਨ ਪੁਰਖ ਸਤਿਪੁਰਖ ਉਹ ਅਜੋਕੇ ਸਮੇਂ ਵਿੱਚ ਕੰਟਰੋਵਰਸੀ ਵੱਧ ਜਾਣ ਕਰਕੇ ਬੋਲਦੇ ਨਹੀਂ। ਪਰ ਸਾਧ ਸੰਗਤ ਜੀ ਇਹ ਬੜੀ ਘਾਤਕ ਹੈ ਗੱਲ ਕਿ ਕੋਈ ਵਿਦਵਾਨ ਤਾਂ ਵੇਖੋ ਕੋਈ ਰੌਲਾ ਨਾ ਪਵੇ ਇਸ ਕਰਕੇ ਚੁੱਪ ਨੇ, ਪਰ ਜਿਹੜੇ ਸਤਿਗੁਰੂ ਜੀ ਦੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਗੁਰਮੁਖ ਕੀਰਤਨੀਏ ਕੀਰਤਨ ਕਰਦੇ ਆ, ਦਾਸ ਤਾਂ ਉਹਨਾਂ ਦੇ ਚਰਨਾਂ ਵਰਗਾ ਵੀ ਨਹੀਂ, ਪਰ ਗਰੀਬੀ ਨਾਲ ਅਸੀਂ ਨਿਮਰਤਾ ਨਾਲ ਬੇਨਤੀ ਜ਼ਰੂਰ ਕਰਦੇ ਹਾਂ ਕਿ ਇਹ ਜਿਹੜੀਆਂ ਚੀਜ਼ਾਂ ਨਾ ਇਹ ਵਿਦਵਾਨਾਂ ਨੂੰ ਨਿਰਣਾ ਦੇਣਾ ਚਾਹੀਦਾ ਤੇ ਇਸ ਗੱਲ ਦੇ ਉੱਤੇ ਕੋਈ ਪੰਥਕ ਵਿਵਾਦ ਨਹੀਂ ਖੜਾ ਕਰਨਾ ਚਾਹੀਦਾ। ਫਿਰ ਜੇ ਤੁਸੀਂ ਕਹੋ ਕਿ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਮਿਲਾਵਟ ਬਹੁਤ ਜ਼ਿਆਦਾ ਹੈ, ਸ਼ਾਇਦ ਇਹ ਰਲਾ ਹੀ ਪਿਆ ਹੋਵੇ, ਉਹ ਵੀ ਕੋਈ ਵਿਦਵਾਨ ਹੀ ਸਾਧ ਸੰਗਤ ਜੀ ਇਕੱਠੇ ਹੋ ਕਰਕੇ ਜਾਂ ਪੰਥਕ ਕੋਈ ਪਲੇਟਫਾਰਮ ਤੇ ਇਸ ਗੱਲ ਨੂੰ ਕਹਿ ਸਕਦੇ ਹੈ ਕਿ ਇਕੱਲੇ ਦੁਕੱਲੇ ਨੂੰ ਆਪੋ ਆਪਣੀਆਂ ਇਹੋ ਜਿਹੀਆਂ ਰਾਇਆਂ ਨਹੀਂ ਦੇਣੀਆਂ ਚਾਹੀਦੀਆਂ। ਇੱਕ ਇਕੱਲਾ ਬੰਦਾ ਉੱਠ ਕਰਕੇ ਹੀ ਕਿਸੇ ਗ੍ਰੰਥ ਨੂੰ ਹੀ ਰੱਦ ਕਰ ਦੇਵੇ ਤੋ ਜਿਹੜੀ ਇਹ ਜੇ ਉਥਾਨਕਾ ਵਿੱਚ ਗੱਲ ਆਖੀ ਵੀ ਗਈ ਹੈ ਤਾਂ ਇਹ ਤਾਂ ਨਹੀਂ ਕਿ 39ਵੀਂ ਪੌੜੀ ਜੀ ਕਿਸੇ ਹੋਰ ਨੇ ਉਚਾਰਨ ਕਰ ਦਿੱਤੀ ਹੈ। ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਕੌਣ ਨੇ ਜਿਨ੍ਹਾਂ ਦੀ ਬਾਬਤ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਆਪ ਪਰਖ ਕੇ ਗੁਰਿਆਈ ਗੱਦੀ ਬਖਸ਼ਿਸ਼ ਕੀਤੀ। ਗੁਰੂ ਨਾਨਕ ਸਾਹਿਬ ਦੀ ਜੋਤ ਨੇ 10 ਪਾਤਸ਼ਾਹੀਆਂ ਇੱਕੋ ਜੋਤ ਹਨ, ਇਸ ਕਰਕੇ ਕੋਈ ਵਖਰੇਵਾਂ ਤਾਂ ਹੈ ਨਹੀਂ। ਜੇ ਗੁਰੂ ਰਾਮਦਾਸ ਸਾਹਿਬ ਜੀ ਨੇ ਉਚਾਰੀ ਹੈ 39ਵੀਂ ਪੌੜੀ ਜਾਂ 40ਵੀਂ ਪੌੜੀ ਗੁਰੂ ਅਰਜਨ ਸਾਹਿਬ ਉਚਾਰੀ ਹੈ ਤੇ ਕਿਸੇ ਮਨੁੱਖ ਥੋੜ੍ਹੋ ਉਚਾਰੀ ਹੈ, ਗੁਰੂ ਸਾਹਿਬ ਨੇ ਆਪ ਹੀ ਉਚਾਰੀ ਹੈ ਨਾ। ਗੁਰੂ ਅਮਰਦਾਸ ਸਾਹਿਬ ਜੀ, ਗੁਰੂ ਰਾਮਦਾਸ ਸਾਹਿਬ, ਗੁਰੂ ਅਰਜਨ ਸਾਹਿਬ ਵਿੱਚ ਕੀ ਭਿੰਨ ਭੇਦ ਹੈ? ਕੋਈ ਭਿੰਨ ਭੇਦ ਨਹੀਂ। ਇਹਨਾਂ ਗੱਲਾਂ ਦੇ ਉੱਤੇ ਸ਼ੰਕਾ ਨਹੀਂ ਕਰਨਾ ਚਾਹੀਦਾ। ਨਾਲੇ ਅੱਜ ਦੇ ਦਹਾਕੇ ਵਿੱਚੋਂ ਗ੍ਰੰਥਾਂ ਦੇ ਹਵਾਲੇ ਨਹੀਂ ਹਨ, 18ਵੀਂ ਸਦੀ ਦੇ ਹਵਾਲੇ ਹਨ। ਤੋ ਇਸ ਕਰਕੇ ਮੂਲੋਂ ਹੀ ਕਿਸੇ ਗੱਲ ਨੂੰ ਰੱਦ ਨਹੀਂ ਕਰਨਾ ਚਾਹੀਦਾ। ਹਾਂ ਜ਼ਰੂਰ ਤੁਸੀਂ ਪੰਥਕ ਮਸਲਿਆਂ ਤੇ ਬੋਲਣਾ ਚਾਹੀਦਾ, ਪਰ ਬਿਨਾਂ ਕਾਰਨ ਤੋਂ ਜਿਸ ਗੱਲ ਦਾ ਆਪਾਂ ਨੂੰ ਇਲਮ ਨਹੀਂ ਉਹਦਾ ਇਸ਼ੂ ਬਣਾ ਕਰਕੇ ਫਿਰ ਕਿਸੇ ਅਹੁਦੇ ਦਾ ਸਤਿਕਾਰ ਹੀ ਭੰਗ ਕਰ ਦੇਣਾ। ਕਿਉਂਕਿ ਜਿਹੜੀਆਂ ਇਹ ਪਦਵੀਆਂ ਨਾ ਸਤ ਸੰਗਤ ਜੀ, ਇਹਨਾਂ ਪਦਵੀਆਂ ਤੇ ਜਿਹੜੇ ਆ ਉਹ ਮਨੁੱਖ ਬਦਲਦੇ ਰਹਿੰਦੇ ਆ, ਪਰ ਜੇ ਪਦਵੀ ਦਾ ਹੀ ਸਤਿਕਾਰ ਭੰਗ ਕਰ ਦਿਓਗੇ ਤਾਂ ਆਉਣ ਵਾਲੀਆਂ ਨਸਲਾਂ ਜਿਹੜੀਆਂ ਫਿਰ ਉਹ ਇਸ ਪਦ ਦਾ ਇਸ ਰੁਤਬੇ ਦਾ ਸਤਿਕਾਰ ਨਹੀਂ ਕਰਨਗੀਆਂ। ਇਸ ਕਰਕੇ ਬਿਨਾਂ ਕਾਰਨ ਤੋਂ ਕੋਈ ਇਸ਼ੂ ਨਹੀਂ ਖੜਾ ਕਰਨਾ ਚਾਹੀਦਾ। ਤੇ ਜੇ ਕੋਈ ਰਲ ਗੱਡ ਤੁਸੀਂ ਕਹਿਣਾ ਚਾਹੁੰਦੇ ਹੋ, ਸਾਬਤ ਕਰਨਾ ਚਾਹੁੰਦੇ ਹੋ, ਤਾਂ ਉਹ ਕੋਈ ਇਕੱਲਾ ਦੁਕੱਲਾ ਨਹੀਂ ਕਰ ਸਕਦਾ। ਇਹ ਪੰਥ ਨੂੰ ਅਧਿਕਾਰ ਹੈ। ਇਸ ਕਰਕੇ ਇਸ ਦੇ ਉੱਤੇ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ ਵੀ ਲੜੀਵਾਰ ਕਥਾ ਦੇ ਦੌਰਾਨ ਮਹਾਂਪੁਰਖਾਂ ਆਖਿਆ ਕਿ ਭਾਈ ਸ਼ੰਕਾ ਨਹੀਂ ਕਰਨੀ ਚਾਹੀਦੀ। ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ ਸਾਹਿਬ ਜੀ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਇੱਕੋ ਹੀ ਸਰੂਪ ਹਨ ਸਤਿਗੁਰੂ ਜੀ। ਤੋ ਇਸ ਕਰਕੇ ਇਹ ਉਥਾਨਕਾ ਦੇ ਉੱਪਰ ਮਨ ਦੇ ਅੰਦਰ ਸ਼ੰਕਾ ਨਹੀਂ ਪਾਲਣੀ ਚਾਹੀਦੀ। ਫਿਰ ਵਿਦਵਾਨਾਂ ਨੇ ਉਹ ਆਪਾਂ ਰਾਏ ਜ਼ਰੂਰ ਦਿੱਤੀਆਂ ਨੇ ਕਿ ਇਹਦੇ ਵਿੱਚ ਕੋਈ ਹੋਰ ਸਤਿਗੁਰਾਂ ਵੱਖਰਾ ਸਰਲੇਖ ਨਹੀਂ ਦਿੱਤਾ। ਸਾਧ ਸੰਗਤ ਜੀ, ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਇਹ ਦੋਹਰਾ ਕਿਹਾ ਨਾ ਕਿ ਬਲ ਹੋਵਾ ਬੰਧਨ ਛੁੱਟੇ ਸਭ ਕੁਛ ਹੋਤ ਉਪਾਏ, ਇਸ ਦੋਹਰੇ ਦੇ ਉੱਤੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਸਰਲੇਖ ਨਹੀਂ ਆਉਂਦਾ। ਤੇ ਸਾਰਾ ਪੰਥ, ਸਾਰੀਆਂ ਸੰਪਰਦਾਵਾਂ ਇਸ ਗੱਲ ਨੂੰ ਮੰਨਦੀਆਂ ਕਿ ਇਹ ਦੋਹਰਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ। ਇਸ ਕਰਕੇ ਜਿਨ੍ਹਾਂ ਦਾ ਸੁਭਾਅ ਹੀ ਨਿੰਦਾ ਕਰਨ ਦਾ ਹੈ ਉਹ ਤਾਂ ਬਿਲਕੁਲ ਹੀ ਸੰਪਰਦਾ ਤੋਂ ਉਲਟੀ ਚੱਲਦੇ ਹੈ, ਪੁਰਾਤਨ ਰਵਾਇਤਾਂ ਤੋਂ ਉਲਟੀ ਚੱਲਦੇ ਹੈ। ਕਹਿੰਦੇ ਜੀ ਵਾਹ ਬਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਰਾਮਕਲੀ ਵਾਰ ਦੇ ਵਿੱਚ ਇਹ ਪੰਕਤੀ ਕੋਲੋਂ ਪੜ੍ਹਦੇ ਆ ਜੀ, ਪੜ੍ਹਨੀ ਨਹੀਂ ਚਾਹੀਦੀ। ਇਹਦੀ ਆਗਿਆ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕੀਤੀ ਹੈ। ਸਾਧ ਸੰਗਤ ਜੀ, ਇਸ ਤਰ੍ਹਾਂ
ਵਖਰੇਵੇਂ ਤਾਂ ਜਿਹੜੇ ਆ ਉਹ ਜਿਹੜੇ ਸਿੱਖ ਵਿਰੋਧੀ ਆ ਬਹੁਤ ਸਾਰੇ ਪਾਉਣ ਦਾ ਯਤਨ ਕਰ ਰਹੇ ਆ। ਪੰਥਕ ਸਭਾਵਾਂ ਦੇ ਅੰਦਰ ਇੱਕ ਦੂਸਰੇ ਨਾਲੋਂ ਤੋੜ ਰਹੇ ਆ ਤੇ ਝੱਟ ਹੀ ਇਹ ਲੇਬਲ ਤਾਂ ਲਾ ਹੀ ਦਿੰਦੇ ਆ ਕਿ RRS ਦਾ ਹੈ। ਇਹੋ ਜਿਹੇ ਲੇਬਲ ਤਾਂ ਝੱਟ ਹੀ ਲਾ ਦਿੰਦੇ ਆ, ਪਰ ਸਿੱਖ ਜਗਤ ਦੇ ਅੰਦਰ ਇੱਕੋ ਇੱਕ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਹੈ ਜਿਹਦੇ ਨਾਲ ਸਿੱਖ ਜਗਤ ਇੱਕ ਪਲੇਟਫਾਰਮ ਤੇ ਇਕੱਠਾ ਹੋ ਸਕਦਾ। ਫਿਰ ਇੰਨੀ ਕੁ ਗੱਲ ਤੋਂ ਸਿੰਘ ਸਾਹਿਬ ਨੂੰ ਉਹਨਾਂ ਨਿੰਦਕਾਂ ਨਾਲ ਰਲਾਉਣਾ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬਾਣੀ ਨੂੰ, ਜਿਨ੍ਹਾਂ ਬਾਰੇ ਹੁਣ ਮੀਟਿੰਗ ਹੋਈ ਸੀਗੀ ਕਿ ਉਹਨਾਂ ਨੇ ਲਿਖਤੀ ਲਗਾ ਮਾਤਰਾ ਆਪਣੇ ਕੋਲੋਂ ਲਾ ਦਿੱਤੀਆਂ, ਵੱਧ ਘੱਟ ਬਾਣੀ ਛਾਪ ਦਿੱਤੀ ਹੈ, ਤੇ ਉਹਨਾਂ ਦੇ ਨਾਲ ਨਿੰਦਕਾਂ ਦੇ ਨਾਲ ਰਲਾਉਣਾ ਇਹ ਬਿਲਕੁਲ ਗਲਤ ਬਾਤ ਹੈ। ਤੋ ਪੰਥਕ ਮੁੱਦਿਆਂ ਤੇ ਠੀਕ ਤੁਸੀਂ ਗੁਰਮੁਖ ਬੋਲਦੇ ਹੋ, ਪਰ ਬੇਨਤੀ ਹੈ ਕਿ ਇਹੋ ਜਿਹੇ ਜਿਹੜੇ ਹੈ ਉਹਨਾਂ ਨੂੰ ਇਸ਼ੂ ਬਣਾ ਕਰਕੇ ਆਪਣੀ ਕੋਈ ਤੁਹਾਡੀ ਰੰਜਿਸ਼ ਹੈ ਤਾਂ ਇਹ ਇਸ਼ੂ ਬਣਾ ਕਰਕੇ ਨਹੀਂ ਕਿਸੇ ਪ੍ਰਕਾਰ ਅਹੁਦੇ ਦਾ ਸਤਿਕਾਰ ਭੰਗ ਕਰਨਾ ਚਾਹੀਦਾ। ਤੋ ਇਸ ਪ੍ਰਕਾਰ ਸਾਧ ਸੰਗਤ ਜੀ, ਅੱਜ ਸਤਿਗੁਰਾਂ ਜੀ ਦਾ ਪ੍ਰਕਾਸ਼ ਗੁਰਪੁਰਬ ਹੋਣ ਕਰਕੇ ਤੇ ਇਹ 2-3 ਦਿਨ ਤੋਂ ਇਹ ਬਚਨ ਚੱਲ ਰਹੇ ਸੀਗੇ ਤੇ ਖਿਆਲ ਆਇਆ ਕਿ ਜ਼ਰੂਰ ਇਹਦੇ ਤੇ ਵੀ ਸੰਗਤਾਂ ਪ੍ਰਤੀ ਬੇਨਤੀ ਕੀਤੀ ਜਾਵੇ। ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਹਜੂਰ ਨੇ ਅੱਜ ਦੇ ਦਿਨ ਬਾਸਰ ਕੇ ਨਗਰ ਵਿਖੇ ਅਵਤਾਰ ਧਾਰਿਆ। ਸਤਿਗੁਰੂ ਜੀ ਨੇ ਆਪਣੀ ਸਾਰੀ ਆਜੂ ਦੇ ਅੰਦਰ ਗਰੀਬ ਨਵਾਜ ਜੀ ਨੇ ਬਹੁਤ ਵੱਡੇ ਜੀਆਂ ਤੇ ਉਪਕਾਰ ਕੀਤੇ। ਬ੍ਰਹਮ ਗਿਆਨ ਤਾਂ ਸਤਿਗੁਰਾਂ ਜੀ ਨੇ ਇਹ ਵੰਡਿਆ ਜਿਵੇਂ ਛੋਲਿਆਂ ਦਾ ਪ੍ਰਸ਼ਾਦ ਵੰਡ ਦਈਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਨਾਮ ਦੇ ਦਾਤੇ ਮਾਈਆਂ ਬੀਬੀਆਂ ਨੂੰ ਵੀ ਸਤਿਗੁਰਾਂ ਨੇ ਵੱਡੀਆਂ ਬਖਸ਼ਿਸ਼ਾਂ ਕੀਤੀਆਂ। ਸਤਿਗੁਰਾਂ ਜੀ ਨੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਗੁਰਿਆਈ ਤਖਤ ਬਖਸ਼ ਕਰਕੇ ਜਦੋਂ ਭੱਟਾ ਨੇ ਕਿਹਾ ਸਭ ਵਿਦ ਮਾਨਿਓ ਮਨ ਤਬ ਹੀ ਭਇਓ ਪ੍ਰਸੰਨ, ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਗੁਰਿਆਈ ਤਖਤ ਬਖਸ਼ ਕਰਕੇ ਆਪ ਸਤਿਗੁਰੂ ਜੀ ਜੋਤੀ ਜੋਤ ਸਮਾਏ। ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਜਾਣ ਕਰਕੇ ਸਤਿਗੁਰਾਂ ਜੀ ਦੇ ਜੀਵਨ ਤੇ ਸੂਖਸ਼ਮ ਵਿਚਾਰ ਬੇਨਤੀ ਕੀਤੀ ਹੈ। ਆਪ ਜੀ ਨੂੰ ਸਭ ਨੂੰ ਸਤਿਗੁਰਾਂ ਦੇ ਪ੍ਰਕਾਸ਼ ਗੁਰਪੁਰਬ ਦੀ ਸਵਾਸ ਸਵਾਸ ਵਧਾਈ ਹੋਵੇ। ਮਹਾਰਾਜ ਸਾਨੂੰ ਆਪਣੀ ਪਿਆਰੀ ਸਿੱਖੀ ਬਖਸ਼ਿਸ਼ ਕਰਨ। ਲੜੀਵਾਰ ਸਤਿਗੁਰਾਂ ਦੀ ਧੁਰ ਕੀ ਬਾਣੀ ਦੀ ਕਥਾ ਆਓ ਪਿਆਰ ਨਾਲ ਸਰਵਣ ਕਰੀਏ। ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ